ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਉਗਵੈ ਸੂਰ ਨ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। वेद पाठ संसार की कार, पढ़ पढ़ पंडित करें विचार। बिन बूझे सब होए खुआर, नानक गुरमुख उतरस पार। महला पहला। शब्द साधना आयो, नाम ना लगो प्यार। रसना फिका बोलना, नित नित होए खुआर। नानक पै किरत कमावना, कोई न मेटन हार। रसना फिका बोलना, नित नित होए खुआर। नानक पै किरत कमावना, कोई न मेटन हार। पौड़ी। जे प्रभ सलाहे अपना, सो शोभा पाए। हਉ मैं विचों दूर कर, सच मन वसाए। सच बाणी गुण उचरै, सच्चा सुख पाए। मेल भया चिरी विछुन्या, गुरपुरख मिलाए। मन मैला इम शुद्ध है, हर नाम ध्याए। मेल भया चिरी विछुन्या, गुरपुरख मिलाए। मन मैला हिम शुद्ध है, हर नाम ध्याए। वाहिगुरु जी का खालसा, वाहिगुरु जी की फतेह। जुगो जुगो टल। धन धन गुरु ग्रंथ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦੇ ਪਲ ਮਾਣ ਪਾ ਰਹੇ ਹਾਂ। ਵਡਭਾਗਤਾ ਹੈ ਜੀਵਨ ਦੇ ਪ੍ਰਵਾਹ ਵਿੱਚ ਇਹ ਸਮਾਂ ਬਣਿਆ ਗੁਰਸ਼ਬਦ ਨਾਲ ਸੰਗਤੀ ਰੂਪ ਵਿੱਚ ਸਾਂਝ ਪਾ ਸਕੀਏ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣ ਇਸ ਸਮੇਂ ਵਿੱਚ ਗੁਰਸ਼ਬਦ ਵਿਆਖਿਆ ਹੈ। ਸੂਹੀ ਕੀ ਵਾਰ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਰਿਤ ਕੀਤੀ ਗਈ ਰਚਨਾ ਮੌਜੂਦ ਆ, ਜੋ ਸਾਨੂੰ ਅਸੀਂ ਵਿਚਾਰ ਰਹੇ ਹਾਂ। ਇਸ ਪਾਵਨ ਰਚਨਾ ਵਿੱਚੋਂ ਲਗਾਤਾਰਤਾ ਨਾਲ ਵਿਚਾਰਦਿਆਂ ਹੋਇਆਂ 17 ਨੰਬਰ ਪੌੜੀ ਅਸੀਂ ਉਸ ਪੜਾਅ 'ਤੇ ਪਹੁੰਚੇ ਹਾਂ। ਇਸ ਪੌੜੀ ਦੇ ਨਾਲ ਲੱਗਦੇ 2 ਸ਼ਲੋਕ ਨੇ, ਜਿਨ੍ਹਾਂ ਵਿੱਚੋਂ ਇੱਕ ਸ਼ਲੋਕ ਬੀਤੇ ਕੱਲ੍ਹ ਤੋਂ ਪਿਛਲੇ ਰੋਜ਼ ਵਿਚਾਰਿਆ ਸੀ। ਅੱਜ ਅਗਲੇਰੇ ਸ਼ਲੋਕ ਦੀ ਅਸੀਂ ਬਾਤ ਪਾਵਾਂਗੇ। ਸਾਹਿਬ ਜੋ ਜ਼ਿਕਰ ਕਰ ਰਹੇ ਨੇ ਮਹਲਾ ਪਹਿਲਾ। ਸ਼ਬਦੈ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਜੋ ਪਿਛਲਾ ਸ਼ਲੋਕ ਸੀਗਾ ਉਹ ਕਹਿ ਰਿਹਾ ਸੀਗਾ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਉਗਵੈ ਸੂਰ ਨ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਹੁਣ ਉਹ ਜਿਹੜੀ ਬਾਤ ਗੁਰੂ ਬਾਬਾ ਜੀ ਨੇ ਕੀਤੀ ਬੜੇ ਮੈਟਾਫੋਰਿਕ ਵੇ ਦੇ ਨਾਲ, ਬੜੇ
ਮਿਸਾਲੀ ਢੰਗ ਦੇ ਨਾਲ ਸਾਨੂੰ ਸਮਝਾ ਕੇ ਉਸੇ ਬਚਨ ਦੀ ਇਹ ਫਰਦਰ ਐਕਸਟੈਂਸ਼ਨ ਹੈਗੀ ਹੈ। ਹੁਣ ਸਪੋਜ਼ ਕਰੋ ਜੋ ਕੋਈ ਬੰਦਾ ਕਹੇ ਕਿ ਦੀਵਾ ਬਲੈ, ਦੀਵਾ ਕਿਵੇਂ ਬਲੇ, ਜੋ ਉਗਵੈ ਸੂਰ ਨ ਦਿਸੈ ਚੰਦੁ, ਸੂਰਜ ਕਿਵੇਂ ਚੜ੍ਹੇ। ਗੁਰੂ ਬਾਬਾ ਜੀ ਨੇ ਇੱਥੇ ਉਹਦਾ ਬਿਆਨ ਕੀਤਾ ਕਿ ਸ਼ਬਦੈ ਸਾਧ ਨ ਆਇਓ। ਸ਼ਬਦ ਦਾ ਇੱਕ ਆਪਣਾ ਸਵਾਦ ਹੈ, ਮਤਲਬ ਜੋ ਸਾਡੀ ਵੋਕੈਬਲਰੀ ਹੈ, ਲਫ਼ਜ਼ ਨੇ, ਅਲਫਾਜ਼ ਨੇ, ਹਰਫ ਨੇ, ਸਾਡੀ ਸਮੁੱਚੀ ਬੋਲ ਬਾਣੀ ਦੀ ਇੱਕ ਪਟਾਰਾ ਆ, ਗਲੋਸਰੀ। ਅਸੀਂ ਉਹਦੇ ਵਿੱਚੋਂ ਹੀ ਸ਼ਬਦ ਚੁਣਦੇ ਹਾਂ ਅਤੇ ਉਹੋ ਜਿਹੇ ਸ਼ਬਦ ਸਾਨੂੰ ਸਮਝ ਆਉਂਦੇ ਨੇ। ਅਤੇ ਇਹਦੇ 'ਚ ਜੇ ਤੁਸੀਂ ਲੈਂਗੁਇਸਟਿਕ ਸਾਈਡ 'ਤੇ ਚਲੇ ਜਾਓਗੇ ਤਾਂ ਪਤਾ ਲੱਗੇਗਾ ਕੋਈ 500 ਤੋਂ ਲੈ ਕੇ 2500 ਸ਼ਬਦਾਂ ਦੀ ਇੱਕ ਬੰਦੇ ਦੀ ਕਪੈਸਿਟੀ ਹੁੰਦੀ ਹੈ। ਫਿਰ ਉਹ ਇਕੱਲੀ ਉਹ ਨਹੀਂ ਕੋਈ ਜਾਣ ਪਹਿਚਾਣ ਹੈ, ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਜੋੜ ਵਿਛੋੜ ਕੇ ਕੀਤਾ ਜਾਂਦਾ ਸੱਜੇ ਖੱਬੇ, ਜਿਹੋ ਜਿਹੀ ਮੁਹਾਵਰੇਦਾਰੀ, ਟਰਮਨੋਲੋਜੀਜ਼ ਇਹ ਸਭ ਯੂਜ਼ ਕੀਤੀਆਂ ਜਾਂਦੀਆਂ ਨੇ, ਉਸੇ ਤਰੀਕੇ ਦੀ ਹੀ ਬੋਲ ਬਾਣੀ ਬੰਦੇ ਨੂੰ ਸਮਝ ਆਉਂਦੀ ਹੈ ਅਤੇ ਬੰਦਾ ਉਸੇ ਤਰੀਕੇ ਦੀ ਬੋਲ ਬਾਣੀ ਨੂੰ ਤਰਜੀਹ ਦਿੰਦਾ ਹੈ, ਮਤਲਬ ਉਹ ਪ੍ਰੈਫਰ ਕਰਦਾ ਆ ਬੋਲਣ ਵਾਸਤੇ। ਸੋ ਇਹ ਹੈ ਜਿਹੋ ਜਿਹਾ ਸ਼ਬਦ ਸੰਸਾਰ ਤੁਹਾਡੇ ਅੰਦਰ ਵਸ ਜਾਂਦਾ ਹੈ, ਤੁਹਾਨੂੰ ਸਵਾਦ ਦਿੰਦਾ ਹੈ, ਤੁਹਾਨੂੰ ਉਹ ਸ਼ਬਦ ਸੰਸਾਰ ਚੰਗਾ ਲੱਗਦਾ ਹੈ। ਹੁਣ ਮੈਨੂੰ ਬਹੁਤ ਸਿੰਪਲ ਲੈਵਲ 'ਤੇ ਲੈ ਆਵਾਂ। ਅੱਜ ਦੀ ਅਸੀਂ ਪੰਜਾਬ ਦੀ ਫਿਜ਼ਾ ਵਿੱਚ ਪੰਜਾਬੀ ਜ਼ਬਾਨ ਨੂੰ ਥੋੜ੍ਹਾ ਦੇਖਦੇ ਹਾਂ ਬੜੇ ਗਹੁ ਦੇ ਨਾਲ। ਆਮ ਵਰਤੋਂ ਵਿਹਾਰ ਦੇ ਵਿੱਚ ਲੋਕ ਗਾਲੀ ਗਲੋਚ ਬਹੁਤ ਕਰਦੇ ਨੇ। ਜੇ ਆਮ ਤੁਸੀਂ ਘਰਾਂ ਵਿੱਚ ਦੇਖੋਗੇ ਤਾਂ ਕਈ ਵਾਰ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਕੁਝ ਗਲਤ ਬੋਲ ਰਹੇ ਹਾਂ, ਬਿਕੋਜ਼ ਦੇ ਆਰ ਸੋ ਯੂਜ਼ਡ ਟੂ ਵਿਦ ਇਟ that they are using those kind of bad words, bad terminologies. They're listening, they're hearing, and they're ignoring, because these things are not actually giving them any kind of shock. ਇਸ ਸਾਰੇ ਦੇ ਵਿੱਚੋਂ ਜੇ ਅਸੀਂ ਕਹੀਏ ਕਿ ਬਹੁਤ ਚੰਗਾ ਕੋਈ ਜੀਵਨ ਵਿਹਾਰ ਉਸਰੇਗਾ, ਕੋਈ ਬਹੁਤ ਚੰਗੇ ਪਰਿਵਾਰ ਉਸਰਣਗੇ, ਬੜਾ ਚੰਗਾ ਸਮਾਜ ਉਸਰੇਗਾ, ਐਸਾ ਕੁਛ ਨਹੀਂ ਹੋ ਸਕੇਗਾ। ਹਾਲਤ ਇਹ ਹੈ ਕਿ ਤੁਹਾਡੀ ਪਰਿਵਾਰਕ ਸਾਂਝ, ਜਿਵੇਂ 4 ਜੀ ਇਕੱਠੇ ਹੋਣ। ਮੈਂ ਬੀਤੇ 'ਚ ਇੱਕ ਦਿਨ ਬਾਤ ਕਰ ਰਿਹਾ ਸੀਗਾ, ਲੋਕ ਕਹਿ ਰਹੇ ਸੀਗੇ ਕਿ ਲੈ ਭਾਈ ਉਹ ਜਦੋਂ ਕਿਸਾਨ ਮੋਰਚੇ ਦੀ ਗੱਲ ਹੋ ਰਹੀ ਸੀ, ਲੈ ਪੰਜਾਬੀ ਤੇ ਵਿਆਹ 4 ਇਕੱਠੇ ਹੋਣੇ ਤਾਂ ਲੜ ਪੈਂਦੇ ਨੇ, ਇਹ ਕਿਹੜੀ ਵੱਡੀ ਗੱਲ ਹੈ। ਇਹ ਕੋਈ ਬਹੁਤ ਖੂਬੀ ਵਾਲੀ ਗੱਲ ਨਹੀਂ ਹੈ। ਇਹ ਐਕਚੁਅਲੀ ਬੜਾ ਇੱਕ ਲੋਅਰ ਲੈਵਲ ਦਾ ਜੀਵਨ ਕਰਮ ਹੈ। ਫਿਰ ਇਸ ਸਾਰੇ ਦੇ ਵਿੱਚ, ਇਸ ਪ੍ਰਭਾਵ ਦੇ ਵਿੱਚੋਂ ਆਪ ਦੇਖੋਗੇ ਕਿੰਨੀ ਕੁ ਸਿਆਣਪ ਅਤੇ ਕਿੰਨਾ ਕੁ ਸਿਆਣਾ ਵਿਹਾਰ ਜਨਮ ਲਏਗਾ। ਅਸੀਂ ਜਦੋਂ ਗੁਰਮਤਿ ਸਕੂਲ ਵਿੱਚ ਆ ਜਾਂਦੇ ਹਾਂ, ਵਿਰਾਸਤ ਤੇ ਗੁਰੂ ਬਾਬਾ ਜੀ ਨੂੰ ਇਹੀ ਮਿਲੀ ਸਾਰੀ ਪੰਜਾਬ ਦੇ ਵਿੱਚ, ਪਰ ਉਹਨਾਂ ਨੇ ਇਸ ਨੂੰ ਸਾਰੇ ਨੂੰ ਕਿਵੇਂ ਮੋਡੀਫਾਈ ਕੀਤਾ, ਕਿਵੇਂ ਤਬਦੀਲੀ ਕੀਤੀ, ਕਿਵੇਂ ਟਰਾਂਸਫਰਮੇਸ਼ਨ ਕੀਤੀ ਹੈ ਸਾਰੇ ਦੀ। ਅਸੀਂ ਬਾਣੀ 'ਚ ਸ਼ਬਦ ਬੋਲਦੇ ਹਾਂ ਕਿ ਬਾਬਾ ਜੀ ਬਿਆਨ ਕਰਦੇ ਕਿ ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਭਾਈ ਜਿਹੜਾ ਫਿੱਕਾ ਬੋਲਣਾ ਆ, ਹੁਣ ਫਿੱਕਾ ਉਹ ਬੋਲਣਾ ਜਿਹੜਾ ਆਮ ਹਾਲਤਾਂ ਦੇ ਵਿੱਚ ਜਿਹੜਾ ਮਿਆਰ ਆ, ਜਿਹੜੀ ਐਪਰੋਪਰੀਏਟਨੈਸ ਆ, ਉਹ ਤੋਂ ਥੱਲੇ ਇਨਐਪਰੋਪਰੀਏਟ ਹੋ ਜਾਏ, ਲੋਅਰ ਲੈਵਲ 'ਤੇ ਆ ਜਾਏ। ਇਹੋ ਜਿਹੇ ਬੋਲਣੇ ਨੂੰ ਤਰਜੀਹ ਦੇਣੀ, ਇਹੋ ਜਿਹੇ ਬੋਲਣੇ ਦੇ ਵਿੱਚ ਗਵਾਚ ਜਾਣਾ, ਸਭ ਕਿਤੇ ਤਨ ਮਨ ਫਿੱਕਾ ਹੋਏ, ਜੀਵਨ ਦਾ ਸਾਰਾ ਵਿਹਾਰ ਹੀ ਫਿੱਕਾ ਹੋ ਜਾਏਗਾ, ਸਾਰੀ ਫਿੱਕ ਪੈ ਜਾਏਗੀ। ਹੁਣ ਇਸ ਸਭ ਦੇ ਵਿੱਚ ਆਪਣੇ ਆਪ ਨੂੰ ਸੰਭਾਲਿਆ ਜਾਏ। ਫਿਰ ਇੱਕ ਹੋਰ ਚੀਜ਼ ਦੇਖੋਗੇ, ਗੁਰਬਾਣੀ ਆਪਣੇ ਆਪ 'ਚ ਏਡਾ ਵੱਡਾ ਖਜ਼ਾਨਾ ਆ। ਗੁਰਬਾਣੀ ਦੇ ਨਾਲ ਰਿਲੇਟਡ ਤੁਸੀਂ ਇੱਕ ਵੱਡਾ ਸਕੂਲ ਦੇਖਦੇ ਹੈਗੇ ਹੋ, ਬਹੁਤ ਸਾਰਾ ਲਿਟਰੇਚਰ ਗੁਰਬਾਣੀ ਦੇ ਆਲੇ ਦੁਆਲੇ ਹੈ, ਜਿਹੜਾ ਕੁਝ ਬਿਲਕੁਲ ਗੁਰਬਾਣੀ ਦੇ ਪੈਰਲਰ ਆ ਜਾਂਦਾ, ਕੁਝ ਗੁਰਬਾਣੀ ਤੋਂ ਥੋੜ੍ਹਾ ਸੱਜੇ ਖੱਬੇ ਆਲੇ ਦੁਆਲੇ ਦੇ ਪ੍ਰਭਾਵ ਵਿੱਚ ਵੀ ਹੈ, ਜਿਵੇਂ ਜਨਮ ਸਾਖੀਆਂ ਨੇ, ਜਿਵੇਂ ਪਰਚੀਆਂ ਨੇ, ਜਿਵੇਂ ਮਹਿਮਾ ਪ੍ਰਕਾਸ਼ ਜਾਂ ਪ੍ਰਕਾਸ਼ ਰਚਨਾਵਾਂ ਨੇ, ਬਿਲਾਸ ਪਾਤਸ਼ਾਹੀਆਂ ਨੇ। ਉਸ ਤੋਂ ਬਾਅਦ ਵਾਲੇ ਕੁਝ ਹੋਰ ਰਚਨਾਵਾਂ ਜਿਹਦੇ ਵਿੱਚ ਵਾਰ ਜੰਗਨਾਮੇ ਵਗੈਰਾ ਆਉਂਦੇ ਨੇ। ਇਹਨਾਂ ਸਭ ਨੂੰ ਤੁਸੀਂ ਬੜੇ ਗੌਰ ਨਾਲ ਦੇਖੋਗੇ, ਇਹਨਾਂ ਸਾਰਿਆਂ ਦੇ ਤੁਹਾਨੂੰ ਗੈਰ ਮਿਆਰੀ ਭਾਸ਼ਾ ਨਹੀਂ ਮਿਲੇਗੀ। ਭਾਸ਼ਾ ਦਾ ਇੱਕ ਮਿਆਰ ਕਾਇਮ ਰੱਖਿਆ ਗਿਆ ਹੈ। ਇਹ ਗੈਰ ਮਿਆਰੀ ਭਾਸ਼ਾ ਅਤੇ ਮਿਆਰ ਦੇ ਉੱਤੇ ਭਾਸ਼ਾ ਰੱਖਣੀ, ਇਹ ਸਿਰਫ ਲਿਟਰਲੀ
ਲਿਟਰੇਚਰ ਦਾ ਇੱਕ ਰੂਪ ਨਹੀਂ ਗਾ, ਇਹ ਜੀਵਨ ਦੇ ਕਾਰ ਵਿਹਾਰ ਦੀ ਤਬਦੀਲੀ ਹੈ ਸਾਰੇ ਦੀ। ਸੋ ਗੁਰੂ ਮਹਾਰਾਜ ਨੇ ਬਿਆਨ ਕੀਤਾ ਜਦੋਂ ਜੀਵਨ ਦੇ ਵਿੱਚ ਉਚਾਈ ਹੋਏਗੀ ਤੇ ਉਹ ਇੱਥੋਂ ਹੀ ਹੋਏਗੀ, ਬੰਦੇ ਨੂੰ ਉਹਨਾਂ ਲਫ਼ਜ਼ਾਂ, ਅਲਫਾਜ਼ਾਂ, ਹਰਫਾਂ, ਗੱਲਾਂ ਬਾਤਾਂ, ਉਹਨਾਂ ਮੁਹਾਵਰੇਦਾਰੀਆਂ ਦਾ ਸਵਾਦ ਆਵੇ ਜਿਨ੍ਹਾਂ ਦੇ 'ਚ ਜੀਵਨ ਦੀ ਉਸਾਰੀ ਹੋਏ, ਚੰਗੇਰਾਪਨ ਹੋਏ। ਇਹ ਰੂਪ ਗੁਰੂ ਬਾਬਾ ਜੀ ਸਮਝਾਉਂਦੇ। ਜੇ ਗਿਆਨ ਦੀ ਗੱਲ ਕੀਤੀ ਜਾਏ ਤੇ ਗਿਆਨ ਸਿਰਫ ਇਹ ਨਹੀਂ ਕਿ ਕਿਸੇ ਚੀਜ਼ ਬਾਰੇ ਤੁਹਾਨੂੰ ਤਕਨੀਕੀ ਜ਼ਿਆਦਾ ਜਾਣਕਾਰੀ ਹੋ ਗਈ, ਤੁਸੀਂ ਕਿਸੇ ਚੀਜ਼ ਬਾਰੇ ਜ਼ਿਆਦਾ ਵਾਕਫੀਅਤ ਰੱਖ ਲਈ, ਇੰਟਲੈਕਚੁਅਲ ਹੋ ਗਏ ਕਿਸੇ ਲੈਵਲ 'ਤੇ, ਇਹ ਨਹੀਂ। ਗਿਆਨ ਤਾਂ ਜੀਵਨ ਦੀ ਇੱਕ ਸਮੁੱਚੀ ਉਸਾਰੀ ਦਾ, ਉਹਨੂੰ ਲਿਫਟ ਅਪ ਕਰ ਦੇਣਾ, ਉਹਨੂੰ ਅਸਲ 'ਚ ਉਚੇਰਾਂ ਚੁੱਕ ਦੇਣਾ। ਗੁਰੂ ਮਹਾਰਾਜ ਉਹਦੀ ਬਾਤ ਕਰਦੇ ਕਿ ਦੀਵਾ ਬਲੈ ਅੰਧੇਰਾ ਜਾਏ, ਜੀਵਨ ਦਾ ਹਨੇਰਾ ਮਿਟਦਾ ਹੈ, ਜੀਵਨ ਦਾ ਕੁਝ ਆਪਣ ਵਿੱਚੋਂ ਦੂਰ ਹੁੰਦਾ ਹੈ। ਇੱਥੇ ਮਹਾਰਾਜ ਨੇ ਬਿਆਨ ਕੀਤਾ ਸ਼ਬਦੈ ਸਾਧਨਾ ਆਇਓ। ਜੇ ਤੁਹਾਨੂੰ ਸੱਚੇ ਸੁੱਚੇ ਸਹੀ ਸ਼ਬਦ ਦਾ ਸਵਾਦ ਹੀ ਨਾ ਆਇਆ, ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ, ਰੱਬ ਜੀ ਦੇਖੋ ਉਹਦੀ ਕੋਈ ਸ਼ਕਲ ਸੂਰਤ ਤੇ ਹੈ ਨਹੀਂ ਗੀ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ। ਅਗਮ ਹੈ, ਅਗੋਚਰ ਹੈ, ਕੋਈ ਰੂਪ ਰੇਖਾ ਨਹੀਂ ਕਿਸੇ ਤਰੀਕੇ ਦੇ ਨਾਲ ਵੀ। ਸਾਨੂੰ ਤਾਂ ਲਿਟਰਲੀ ਤੌਰ 'ਤੇ ਜਾਪ ਸਾਹਿਬ ਵਿੱਚ ਪੜ੍ਹਨ ਨੂੰ ਸਮਝਾਇਆ ਗਿਆ ਕਿ ਜਦੋਂ ਜਾਪੇਗਾ, when you're going to experience that existence is going to be like this way. How Maharaj Baba Ji saying ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜੇ। ਉਹਦਾ ਕੋਈ ਚੱਕਰ ਚਿਹਨ ਨਹੀਂ ਹੋਏਗਾ, ਉਹਦੀ ਕੋਈ ਜ਼ਾਤ ਪਾਤ ਨਹੀਂ ਹੋਏਗੀ, ਉਹਦੀ ਕੋਈ ਸ਼ਕਲ ਸੂਰਤ ਨਹੀਂ ਹੋਏਗੀ। ਇਸ ਰੂਪ ਵਿੱਚ ਬਾਤ ਕੀਤੀ ਗਈ। ਮਗਰ ਜਦੋਂ ਸਾਨੂੰ ਆਈਡੀਅਲ ਦੀ ਗੱਲ ਕੀਤੀ ਗਈ ਕਿ ਰੱਬ ਜੀ ਸਾਡਾ ਆਈਡੀਅਲ ਹੈ, ਅਸੀਂ ਉਹਦੇ ਮਤਲਬ ਬਾਬਾ ਕਬੀਰ ਜੀ ਦੇ ਬਚਨ ਪੜ੍ਹਦੇ ਹਾਂ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਜਨ ਹਰੀ ਵਰਗਾ ਹੋਏਗਾ, ਰੱਬ ਨੂੰ ਮੰਨਣ ਵਾਲਾ ਰੱਬ ਵਰਗਾ ਹੋਏਗਾ। ਸੋ ਉਸ ਰੱਬ ਵਰਗੇ ਦੀ ਬਾਤ ਕੀਤੀ ਤੇ ਕਿਹਾ ਫਿਰ ਰੱਬ ਦੇ ਗੁਣ ਇਹ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ, ਸੰਭਲ ਥੱਕੀ ਜਿਉ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ ਹੈ। ਕਿਹਾ ਉਹ ਮਿੱਠਾ ਬੋਲਦਾ, ਉਹ ਕੌੜਾ ਬੋਲਣਾ ਹੀ ਨਹੀਂ ਜਾਣਦਾ। ਹੁਣ ਗੱਲ ਇਹ ਹੈ ਕਿ ਸਾਨੂੰ ਆਈਡੀਅਲ ਸਿਰਜ ਕੇ ਦਿੱਤਾ ਗਿਆ, ਐਵੇਂ ਦਾ ਹੋਏ। ਜੀਵਨ ਦੀ ਉਸਾਰੀ ਇਹਨਾਂ ਲੀਹਾਂ ਤੇ ਉੱਠੇਗੀ। ਫਿਰ ਇਕੱਲਾ ਮਿੱਠਾ ਬੋਲਣਾ ਨਹੀਂ ਗਾ, ਮਹਾਰਾਜ ਕਹਿੰਦੇ ਕੋਮਲ ਬਾਣੀ, ਬਾਣੀ ਕੋਮਲ ਹੋਏ। ਬੰਦਾ ਇਹ ਮੰਨਿਆ ਗਿਆ, ਕਹਿੰਦੇ ਨੇ ਬੰਦੇ ਦੇ ਨਹੁੰ ਤੇ ਬਹੁਤੇ ਵੱਡੇ ਨਹੀਂ ਹੈ ਮੁਕਾਬਲਤਨ ਜੇ ਤੁਸੀਂ ਸ਼ੇਰ ਦੇ, ਬਿੱਲੀ ਦੀ ਨਸਲ ਵਿੱਚੋਂ ਜਾਂ ਹੋਰ ਜਾਨਵਰਾਂ ਦੇ, ਇਵਨ ਮੰਕੀ ਦੇ ਪਾਜ਼ ਵਗੈਰਾ, ਪੰਜੇ ਵਗੈਰਾ ਦੇਖੋਗੇ, ਪਹੁੰਚੇ ਦੇਖੋਗੇ ਤੇ ਬਹੁਤ ਪੈਨੇ ਸ਼ਾਰਪਨ ਨੇ। ਕੁੱਤੇ ਦੇ ਬੜੇ ਪੈਨੇ ਹੁੰਦੇ ਨੇ, ਬਿੱਲੀ ਦੇ ਬੜੇ ਸ਼ਾਰਪਨ ਹੁੰਦੇ ਨੇ। ਬੰਦੇ ਦੇ ਜਿਹੜੇ ਹੱਥਾਂ ਪੈਰਾਂ ਦੇ ਨਹੁੰ ਤੇ ਇੰਨੇ ਸ਼ਾਰਪਨ ਨਹੀਂ ਹੈਗੇ, ਬਲਕਿ ਤੇ ਥੋੜ੍ਹਾ ਕੱਟ ਕੇ ਉਹਨਾਂ ਨੂੰ ਸੰਭਾਲ ਕੇ ਰੱਖਦਾ ਹੈ ਵੀ ਕਿਤੇ ਲੱਗ ਨਾ ਜਾਣ ਉਸ ਰੂਪ ਦੇ ਵਿੱਚ। ਆਮ ਜਾਨਵਰਾਂ ਦੇ ਦੰਦ ਵੀ ਬੜੇ ਤਿੱਖੇ ਹੁੰਦੇ ਨੇ, ਬੜੇ ਤੁਸੀਂ ਦੇਖੋਗੇ ਬੜਾ ਉਹ ਜੇ ਕਿਤੇ ਕੁੱਤੇ ਤੋਂ ਲੈ ਕੇ ਸਾਰੇ ਜਾਨਵਰ ਆਪਣੇ ਮੂੰਹ ਨਾਲ ਹੀ, ਜਵਾੜੇ ਨਾਲ ਹੀ ਸਾਰਾ ਕੁਛ ਕਰਦੇ। ਬੰਦੇ ਦੇ ਦੰਦ ਹਾਂ ਤਿੱਖੇ ਜ਼ਰੂਰ ਹੁੰਦੇ ਨੇ ਖਾਣ ਪੀਣ ਵਾਸਤੇ, ਪਰ ਆਮ ਹਾਲਤਾਂ ਦੇ ਵਿੱਚ ਬੰਦਾ ਇਹਨਾਂ ਦੰਦਾਂ ਦੇ ਨਾਲ ਆਲੇ ਦੁਆਲੇ, ਐਕਸੈਪਟ ਬਚਪਨ ਦੇ ਵਿੱਚ ਕੁਝ ਸਮਾਂ ਹੁੰਦਾ ਜਦੋਂ ਕਿਤੇ ਕੋਈ ਬੱਚੇ ਦੰਦੀਆਂ ਵਗੈਰਾ ਵੱਢ ਦਿੰਦੇ, ਅਦਰਵਾਈਜ਼ ਕਿੱਥੇ ਤੁਹਾਨੂੰ ਮਿਲਦਾ ਇਸ ਰੂਪ ਦੇ ਵਿੱਚ ਕੋਈ ਇੱਕ ਦੂਜੇ ਨੂੰ ਦੰਦ ਵੱਢਦਾ ਹੋਏ, ਇਸ ਤਰੀਕੇ ਨਾਲ ਹੋਏ ਕੁਛ। ਕਿਹਾ ਗਿਆ ਕਿ ਬੰਦਾ ਆਪਣੇ ਨਹੁੰਆਂ ਤੇ ਦੰਦਾਂ ਦੇ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਕੱਟਦਾ ਨਹੀਂ ਗਾ, ਉਹਨਾਂ ਨੂੰ ਲਹੂ ਨਹੀਂ ਕੱਢਦਾ, ਉਹਨਾਂ ਨੂੰ ਨੁਕਸਾਨਦਾ ਨਹੀਂ ਗਾ। ਹਾਂ ਜੇ ਕੱਢਦਾ ਆ ਲਹੂ, ਜੇ ਨੁਕਸਾਨਦਾ ਆਪਣੀਆਂ ਗੱਲਾਂ ਦੇ ਨਾਲ, ਬਚਨਾਂ ਦੇ ਨਾਲ, ਬੋਲਾਂ ਦੇ ਨਾਲ। ਬੰਦੇ ਦੀਆਂ ਗੱਲਾਂ ਦੇ ਵਿੱਚ ਇਤਨੇ ਕੰਡੇ ਨੇ, ਇਤਨੇ ਚੁਭਵਾਪਨ ਹੈ, ਜਿਵੇਂ ਟੌਂਟਿੰਗ ਕਰਨੀ ਹੁੰਦੀ ਹੈ। ਕੀ ਹੈ? ਨਿਉਰੇ ਕੱਸਣੇ, ਮਤਲਬ ਕਿਸੇ ਨੂੰ ਕਟਾਹ ਕੱਸਣੇ, ਕਿਸੇ ਨੂੰ ਟਿਚਰਾਂ ਕਰਨੀਆਂ, ਇਹੀ ਸਾਰਾ ਕੁਛ ਕੀ ਹੈ? ਇਹੋ ਜਿਹੀ ਕੋਈ ਗੱਲ ਦੀ ਚੁੱਭ ਲਾਉਣੀ ਕਿ ਅਗਲੇ ਨੂੰ ਬਹੁਤ ਲੰਬੇ ਸਮੇਂ ਤੱਕ ਤੜਪਾਉਂਦੀ ਰਹੇ, ਦੁਖੀ ਕਰਦੀ ਰਹੇ, ਇਸ ਰੂਪ ਦੇ ਵਿੱਚ ਬਾਤ ਹੈ। ਸੋ ਗੁਰੂ ਬਾਬਾ ਜੀ ਕਹਿਣ ਲੱਗੇ ਕਿ ਗੱਲ ਇਹ ਹੈ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਹਾਂ ਸੱਚ ਬੋਲੋ, ਬਾਣੀ ਦਾ ਬਚਨ ਹੈ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਸਹੀ ਬੋਲੋ, ਸੱਚ ਬੋਲੋ, ਵਾਜਬ ਬੋਲੋ, ਪਰ ਬੋਲਣ ਦਾ ਢੰਗ ਸਿੱਖੋ। ਕੋਮਲ ਬਾਣੀ ਹੋਏ, ਮਿੱਠੀ ਬਾਣੀ ਹੋਏ, ਇਹ ਬਚਨ ਇਸ ਕਿਸਮ ਦੇ ਹੋਣ। ਕਿਤੇ ਕਿਤੇ ਹੁੰਦਾ ਬੜਾ, ਤੁਸੀਂ ਕਲਾਵੇ 'ਚ ਲੈ ਕੇ ਕਿਸੇ ਨੂੰ ਥੋੜ੍ਹਾ ਸਖਤਾਈ ਨਾਲ ਵੀ ਕਹਿ ਦਿੰਦੇ ਹੋ। ਗੁਰੂ ਗ੍ਰੰਥ ਸਾਹਿਬ 'ਚ ਹੈਗੀ ਜੀ ਗੱਲਾਂ ਬਹੁਤ ਸਖਤਾਈ ਨਾਲ ਵੀ ਕਹੀਆਂ ਗਈਆਂ ਨੇ, ਮਗਰ ਉਹ ਹਿੱਸਾ ਬਹੁਤ ਥੋੜ੍ਹਾ ਜਿਹਾ ਹੈ। ਅਤੇ ਇਹ ਉਦੋਂ ਵਾਜਬ ਹੁੰਦਾ ਆ ਜਦੋਂ ਤੁਸੀਂ ਬਹੁਤ ਸਨੇਹੀ
ਕਿਸੇ ਮੁਹੱਬਤ ਖਲੂਸ ਦੇ 'ਚ ਬੱਝ ਕੇ ਕਿਸੇ ਦੇ ਨੇੜੇ ਬੈਠ ਕੇ ਬਾਤ ਕਰਦੇ ਹੋ। ਇਨ ਜਨਰਲ ਜਿਹੜੀ ਬਾਤ ਆ ਉਹ ਬਹੁਤ ਪਿਆਰ ਤੇ ਖਲੂਸ ਵਿੱਚ ਹੁੰਦੀ ਹੈ। ਈਵਨ ਗੁਰੂ ਸਾਹਿਬ ਦੇ ਆਪਣੇ ਰਚਨਾਵਾਂ ਨੂੰ ਪੜ੍ਹੋ, ਕਿਤੇ ਅਸੀਂ ਬਾਣੀ 'ਚ ਇਹ ਬਚਨ ਪੜ੍ਹਦੇ ਹਾਂ ਕਿ ਜਲ ਕੈ ਮਜਨ ਜੇਗਤ ਹੋਵੈ ਨਿਤ ਨਿਤ ਮੇਂਢਕ ਨਾਵੈ ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਜੋਨੀ ਆਵੈ। ਭਾਈ ਐਸੇ ਬੰਦੇ ਨਾ ਆਏ ਪਾਣੀ 'ਚ, ਐਸੇ ਛੱਪੜ ਜਿਹੜਾ ਹੈਗਾ ਡੱਡੂ ਜਾਂ ਮੱਛੀਆਂ ਪਾਣੀ 'ਚ ਰਹਿ ਗਈਆਂ, ਕੀ ਫਰਕ ਪਏਗਾ ਉਹਦੇ ਨਾਲ? ਕੱਲਾ ਨਹਾਉਣ ਨਾਲ ਮੁਕਤੀ ਥੋੜ੍ਹਾ ਹੋ ਜਾਏਗੀ, ਡੱਡੂਆਂ ਮੱਛੀਆਂ ਦੀ ਹੋ ਜਾਣੀ ਸੀ ਇਸ ਰੂਪ ਦੇ ਵਿੱਚ। ਉਹ ਤਾਂ ਰਹਿੰਦੇ ਪਾਣੀ ਦੇ ਅੰਦਰ ਨੇ। ਕਿਤੇ ਕਟਾਖਮਈ ਬਾਤ ਹੈ, ਟੌਂਟਿੰਗ ਵਾਲੀ ਬਾਤ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਨੂੰ ਪੜ੍ਹਦੇ ਤਾਂ ਬਾਬਾ ਜੀ ਬਿਆਨ ਕਰਦੇ, ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਮੈਂ ਤੀਰਥਾਂ ਤੋਂ ਬਾਗੀ ਨਹੀਂ ਗਾ, ਮੈਂ ਤੀਰਥ 'ਤੇ ਜਾਣ ਲਈ ਤਿਆਰ ਹਾਂ ਬਿਲਕੁਲ। ਪਰ ਮੇਰੀ ਗੱਲ ਇਹ ਹੈ ਕਿ ਤੀਰਥ ਦੀ ਪਰਿਭਾਸ਼ਾ ਤਾਂ ਮੈਨੂੰ ਸਮਝ ਆਵੇ ਪਹਿਲਾਂ। ਇੰਪਾਵਰਮੈਂਟ ਦਿੱਤੀ ਜਾ ਰਹੀ ਹੈ। ਇੱਕ ਜਿਹੜਾ ਤੀਰਥਾਂਤੂ ਬਣ ਕੇ ਜਾ ਰਿਹਾ, ਜਿਹੜਾ ਕਿਸੇ ਰੂਪ ਦੇ ਵਿੱਚ ਕਿਸੇ ਰਿਲੀਜੀਅਸ ਸ਼ਰਾਈਨ ਨੂੰ ਇੱਕ ਐਜ਼ ਏ ਪਿਲਗ੍ਰਿਮ ਤੌਰ 'ਤੇ ਵਿਜ਼ਿਟ ਕਰਨਾ ਚਾਹੁੰਦਾ, ਉਸ ਨੂੰ ਗੁਰੂ ਬਾਬਾ ਜੀ ਇਹ ਸਮਝਾਉਂਦੇ ਨੇ ਬੜੇ ਪਿਆਰ ਤਰੀਕੇ ਤੇ ਸਲੀਕੇ ਦੇ ਨਾਲ। ਜਿਸ ਕੱਲ੍ਹ ਬਾਤ ਕੀਤੀ ਸੀਗੀ, ਦੀਵਾ ਬਲੈ ਅੰਧੇਰਾ ਜਾਏ। ਬਾਬਾ ਜੀ ਚੜ੍ਹਦੇ ਦੀ ਪਾਣੀ ਲਹਿੰਦੇ ਦੀ, ਚੜ੍ਹਦੇ ਨੂੰ ਪਾਣੀ ਦੇਣ ਦੀ ਬਜਾਏ ਲਹਿੰਦੇ ਵਾਲੇ ਪਾਸੇ ਪਾਣੀ ਦੇ ਰਹੇ ਨੇ। ਇਹ ਕੀ ਹੈ? ਇਹ ਬੜੇ ਪਿਆਰ ਦੇ ਨਾਲ, ਬੜੀ ਕੋਮਲਤਾ ਦੇ ਨਾਲ। ਇਹ ਨਹੀਂ ਗਾ ਕਿ ਉਹਨਾਂ ਦੇ ਜਾ ਕੇ ਸਿੱਧੇ ਤੌਰ 'ਤੇ ਵਿਅੰਗ ਤੇ ਕਟਾਹ ਕੀਤਾ ਹੈ, ਨਹੀਂ, ਸਮਝਾਇਆ, ਬਲਕਿ ਉਹ ਇੰਪਾਵਰਮੈਂਟ ਦਿੱਤੀ, ਉਹਨਾਂ ਨੂੰ ਬੁਲਾਇਆ, ਭਾਈ ਆਓ ਇੱਧਰ, ਇਹਦੀ ਗੱਲ ਕਰਦੇ ਹਾਂ। ਅਤੇ ਕਈ ਵਾਰ ਇਹ ਵੀ ਹੁੰਦੀ ਹੈ ਜਿਹੜੀ ਥਾਟ ਪ੍ਰੋਵੋਕਿੰਗ ਹੈ ਨਾ, ਆਪ ਦੇਖੋਗੇ ਆਮ ਹਾਲਤਾਂ ਦੇ ਵਿੱਚ ਅਸੀਂ ਥਾਟ ਪ੍ਰੋਵੋਕਿੰਗ ਤੋਂ ਬਹੁਤ ਡਰਦੇ ਹਾਂ। ਜਿਹੜੀ ਚੀਜ਼ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ, ਅਸੀਂ ਉਹਦੇ 'ਤੇ ਧਿਆਨ ਨਹੀਂ ਦਿੰਦੇ। ਬੰਦਾ ਇੱਕ ਬਣੀ ਹੋਈ ਲੀਹ ਵਿੱਚ ਤੁਰਨਾ ਚਾਹੁੰਦਾ ਆ, ਜਿੱਥੇ ਤੁਹਾਡੀ ਸੋਚ ਨੂੰ ਕੋਈ ਚੀਜ਼ ਡੁੰਬਦੀ ਹੈ, ਬੰਦਾ ਕਹਿੰਦਾ ਨਹੀਂ ਨਹੀਂ ਨਹੀਂ, ਇਹ ਮੈਂ, ਕਿਉਂਕਿ ਜੋ ਤੁਹਾਡਾ ਕੋਈ ਫੇਥ ਬਣ ਗਿਆ ਹੈ, ਜੋ ਤੁਹਾਡਾ ਬਲੀਵ ਬਣ ਗਿਆ ਹੈ, ਕਈ ਵਾਰ ਉਹਨੂੰ ਵੀ ਕੋਈ ਚੈਲੰਜ ਕਰਦਾ ਹੈ। ਗੁਰਮਤਿ ਨੇ ਕਿਹਾ ਸ਼ਬਦ ਉਹ ਹੈ ਜਿਹੜਾ ਤੁਹਾਨੂੰ ਹਰ ਲੈਵਲ 'ਤੇ ਅਵੇਅਰ ਕਰਦਾ ਹੈ ਅਤੇ ਤੁਹਾਨੂੰ ਉਸ ਜਗ੍ਹਾ 'ਤੇ ਲਿਆਉਂਦਾ ਹੈ ਜੇ ਤੁਸੀਂ ਇਸ ਚੈਲੰਜ ਨੂੰ ਐਕਸੈਪਟ ਕਰਦੇ ਹੋ। ਹਰ ਵਕਤ ਆਪਾਂ ਤਾਂ ਅਕਸਰ ਬਾਤ ਕਰਦੇ ਹਾਂ, ਸਿੱਖੀ ਦਾ ਮੋਟੋ ਤਾਂ ਇਹ ਹੈ, ਗੁਰ ਕੈ ਸ਼ਬਦ ਬਨਾਵੋ ਇਹ ਮਨ ਗੁਰ ਕਾ ਦਰਸ਼ਨ ਸੰਚੋ ਹਰ ਤਨ ਊਤਮ ਮਤ ਮੇਰੇ ਹਿਰਦੈ ਤੂੰ ਆਓ। ਓਪਨ ਮਾਈਂਡਡ ਹੋਣਾ, ਜਿਹੜੀ ਦੁਨੀਆ ਦੀ ਉੱਤਮ ਮੱਤ ਹੈ, ਸੁਪੀਰੀਅਰ ਵਿਜ਼ਡਮ ਜਿਹੜੀ ਹੈ, ਉਸ ਨੂੰ ਕਹਿਣਾ ਕਿ ਜੀ ਆਇਆਂ ਨੂੰ ਮੇਰੇ ਕੋਲ ਆ, ਮੈਂ ਤੈਨੂੰ ਚਾਹੁੰਦਾ ਹਾਂ। ਚੰਗਾ ਸਿੱਖ ਬਣਨਾ, ਨੌਲੇਜ ਸੀਕਰ ਬਣਨਾ, ਇਨਫੋਰਮੇਸ਼ਨ ਸੀਕਰ ਬਣਨਾ, ਉਸ ਕਿਸਮ ਦੀ ਬਾਤ ਇਹ ਹੈ। ਸ਼ਬਦ ਦਾ ਸਾਧ ਆਉਣਾ, ਅਤੇ ਫਿਰ ਇਸ ਸ਼ਬਦ ਦੇ ਲੈਵਲ ਦਾ ਹੌਲੀ ਹੌਲੀ ਪਤਾ ਲੱਗਦਾ ਵੀ ਸ਼ਬਦ ਕੀ ਸੁਣਨਾ ਚਾਹੀਦਾ ਹੈ। ਅੱਜ ਦੇ ਅਸੀਂ ਮਾਹੌਲ 'ਚ ਬਾਤ ਕਰੀਏ, ਮੈਂ ਬੀਤੇ ਪਿਛਲੇ ਰੋਜ਼ ਬਾਤ ਕੀਤੀ ਸੀ ਕਿ ਅੱਜ ਅਸੀਂ ਦੇਖਦੇ ਹਾਂ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਰੈਪਰਸ ਨੂੰ ਸੁਣਿਆ ਜਾ ਰਿਹਾ ਹੈ, ਅਤੇ ਮੋਸਟਲੀ ਤੁਹਾਨੂੰ ਪਤਾ ਲੱਗੇਗਾ ਸਵਾਏ ਗਾਲੀ ਗਲੋਚ ਤੋਂ ਕੁਝ ਵੀ ਨਹੀਂ ਗਾ। ਬੈਡ ਲੈਂਗੁਏਜ ਯੂਜ਼ ਕੀਤੀ ਜਾ ਰਹੀ ਹੈ, ਵਾਇਲੈਂਸ ਯੂਜ਼ ਕੀਤੀ ਜਾ ਰਹੀ ਹੈ, ਵਰਗਲਿਜ਼ਮ ਬੜਾ ਯੂਜ਼ ਕੀਤਾ ਜਾ ਰਿਹਾ। ਮਤਲਬ ਇਹ ਸਾਰਾ ਉਹਦਾ ਬਣ ਗਿਆ ਰੂਪ। ਸਾਡੀ ਪੰਜਾਬੀ ਫਿਤਰਤ ਦੇ ਵਿੱਚ ਜਿਹੜੇ ਅੱਜ ਕੱਲ੍ਹ ਗਾਣੇ ਸੁਣੇ ਜਾ ਰਹੇ ਨੇ, ਮਾਫੀ ਚਾਹਾਂਗਾ, ਫੁਕਰਾਪੰਥੀ, ਸ਼ੋ ਆਫ, ਹੁਣ ਇਹ ਕਿੰਨਾ ਕੁ ਭਲਾ ਕਰੇਗਾ? ਮੈਂ ਖੁਦ ਯੂਨੀਵਰਸਿਟੀਜ਼ ਵਿੱਚ ਪੜ੍ਹਿਆ ਪੰਜਾਬ, ਉਸ ਨਾਰਥਨ ਇੰਡੀਆ ਦੇ ਵਿੱਚ, ਪੰਜਾਬ 'ਤੇ ਨਹੀਂ ਕਹਿ ਸਕਦਾ, ਹਾਂ ਥੋੜ੍ਹਾ ਸਮਾਂ ਯੂਨੀਵਰਸਿਟੀ ਪੰਜਾਬ ਵਿੱਚ ਰਿਹਾ, ਪਰ ਜ਼ਿਆਦਾ ਸਮਾਂ ਆਊਟ ਆਫ ਪੰਜਾਬ ਸੀ, ਪਰ ਕਲਚਰ ਸੇਮ ਸੀਗਾ। ਉਸ ਕਲਚਰ ਦਾ ਪਾਰਟ ਰਿਹਾ ਮੈਂ, ਤਾਂ ਦੇਖਿਆ ਮੈਂ ਕਿ ਸਾਰਾ ਫੋਕਸ ਇੱਕ ਤਰ੍ਹਾਂ ਦੇ ਨਾਲ ਅਵਾਰਾਗਰਦੀ ਦੇ ਉੱਤੇ, ਵੈਲੀ ਪੁਣੇ ਦੇ ਉੱਤੇ, ਆਕੜ ਖੌਰ ਬਣਨ ਦੇ ਉੱਤੇ, ਅਤੇ ਇਹ ਮੋਸਟਲੀ ਗੀਤਾਂ, ਉਹਨਾਂ ਗਾਣਿਆਂ, ਉਹ ਸਾਰੇ ਜਿਹੋ ਜਿਹੀ ਸਰੋਤ ਹੋ ਰਹੀ ਹੈ ਲਗਾਤਾਰ, ਉਹ ਚੀਜ਼ ਅੰਦਰ ਘਰ ਕਰ ਰਹੀ ਹੈ। ਉਸੇ ਤਰੀਕੇ ਦੇ ਬਣਨਾ ਚਾਹ ਰਿਹਾ ਬੰਦਾ। ਪੜ੍ਹਨ ਵਾਸਤੇ ਕੋਈ ਆਈਡੀਅਲ ਸੈੱਟ ਕੀਤਾ ਜਾਏ, ਪੜ੍ਹਾਈ ਲਈ ਕੋਈ ਅਗਲੇ ਜਿਹੜਾ ਹੈਗਾ ਕਿਸੇ ਚੀਜ਼ ਨੂੰ ਅਚੀਵ ਕੀਤਾ ਜਾਏ, ਐਸਾ ਕੁਛ ਨਹੀਂ ਗਾ। ਜਦੋਂ ਇਹੋ ਜਿਹਾ ਸ਼ਬਦ ਲਗਾਤਾਰ ਬੀਜਿਆ ਜਾਏਗਾ, ਗਰਕ ਹੋਣ ਵਾਲਾ, ਤਬਾਹ ਹੋਣ ਵਾਲਾ, ਬਰਬਾਦ ਹੋਣ ਵਾਲਾ, ਜੀਵਨ ਨੂੰ ਬਰਬਾਦ ਹੋਣ ਤੋਂ ਕੌਣ ਬਚਾ ਲਏਗਾ? ਗੁਰੂ ਸਾਹਿਬ ਨੇ ਕਿਹਾ ਸ਼ਬਦ ਉਹ ਬੀਜੋ, ਸ਼ਬਦ ਦਾ ਸਵਾਦ ਉਸ ਦਾ ਪਾਓ ਜੀਵਨ ਦੇ ਵਿੱਚ, ਜਿਹੜਾ ਜੀਵਨ ਦੀ ਉਸਾਰੀ ਕਰੇ, ਜਿਸ ਨੂੰ, ਹੁਣ ਆਪ ਗੁਰੂ ਕੇ ਹਜ਼ੂਰ ਬੈਠੇ ਹੋ, ਕੀਰਤਨ ਦਾ ਇੱਕ ਆਪਣਾ ਸਵਾਦ ਹੈ, ਬਾਣੀ ਦਾ ਇੱਕ ਆਪਣਾ ਸਵਾਦ ਹੈ, ਪਾਠ ਦਾ ਇੱਕ ਆਪਣਾ ਸਵਾਦ ਹੈ, ਆ ਸ਼ਬਦ ਦੀ ਵਿਆਖਿਆ ਉਹਦਾ ਇੱਕ ਆਪਣਾ ਸਵਾਦ ਹੈ। ਨੋ ਡਾਊਟ ਇਹ ਜਿਵੇਂ ਟੇਸਟ ਬਡਸ ਡਿਵੈਲਪ ਹੁੰਦੇ ਨੇ, ਹੌਲੀ ਹੌਲੀ ਕਰਕੇ ਡਿਵੈਲਪ ਹੁੰਦੀਆਂ ਨੇ ਚੀਜ਼ਾਂ, ਇੱਕਦਮ ਨਹੀਂ ਹੁੰਦੀਆਂ। ਪਰ ਜਦੋਂ ਕਿਤੇ ਉਹ ਟੇਸਟ ਆ ਜਾਏ, ਗੁਰੂ ਸਾਹਿਬ ਨੇ ਬਾਣੀ ਸ਼ਬਦ ਲਿਖਿਆ,
महाराज बयान करते कि एक ना नाद ना बेद ना गी रस, रस कस ना जानंत। एक ना नाद ना बेद ना गी रस। नाद हुंदी साजां दी आवाज़, बंदे नूं साज सुनने आ जाना, मतलब निरी डप 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 ना होए, कुछ साजां दी सोज हुंदी है, बंदे नूं वो समझ आवे। फिर वेद, फिलोसफी, फलसफा, कोई उसारू चीज़, जिवें रीसेंटली करसानी मोर्चे की गलबात हुई, ये कुछ गीतकारां ने गीत लिखे, कुछ गवैयां ने गाए, कईयां दे च बड़ी उसारू पुणे की बात आई, हायर लैवल की गल आई, लोगों ने एक उम्मीद की किरण जागी, इतों हाँ ये कुछ चीज़ है भाई। भाई गीत का भी एक रस है, गीत की एक मरातबा, एक उहदा लैवल आ, उसनों कोई बंदा समझण दे काबिल हो सके। फिर रस कस, खाण पीण दे रस कस, जिद्दियां गल्लां पाउणियां। हुण जे समाजां दे विच जिथे लोग इहदियां गल्लां करनगे, लै तूं कादी शराब पीती, जिन्नी मैं पीती इन्नी तो कोई जानदा ही नहीं, पी नहीं सकदा, जिहो जे पुठे काम असां कीते ने तुसीं कित्थे कर लोगे, ये कोई रस कस चंगेरा आ? मतलब बंदा खुद ही अपने लोअर लैवल नूं उहदी डैमोस्ट्रेशन कर रहा उत्थे। हुण इहो जे समाज दे विचों चंगी उसारी नहीं हो सकती, इहो जिहा समाज गाली गलोच वाला होएगा। गुरु साहब ने थोड़ा है कि चैलेंजिस धरती के उत्ते वो फेस नहीं किए। गुरु नानक साहब के समय दे विच चैलेंजिस रहे, महाराज नूं किते कोई वट्टे मारन पै रहा है, किते कोई लत्त मार रहा वक्खी दे विच, इहो जिहियां चीज़ां रहियां। गुरु अंगद साहब ते हमायूं ने शमशीर कढ़ ली सी, गुरु अमरदास साहब के खिलाफ तो बड़ा कुछ होया, शिकायतां गईयां अकबर के दरबार तक, केस चल गए। गोइंदे मरवाहे दे मुंडे वो गुरु साहब तो गोइंदवाल नगर का कंट्रोल खोलने वास्ते आ गए, गुरु रामदास के खिलाफ बीरबल फौज लैके आया। पर यह थोड़ा कि बोल बाणी का लैवल लोअर दिस जाए तुहानूं, किते भी नहीं। ईवन असीं गुरु अर्जन साहब के जीवन में पढ़ते हैं तो अक्सर सुनाउने आ कि महाराज के जीवन के सब तो बड़ा प्रसंग ये है कि गुरु साहब मिठ बोलते ने, सच बोलते ने, हमेशा कोमल बाणी बोलते हैं, सब का भला मंगते, सब का भला करते। तो जो चंदू की ड्यूटी लगती है भी फिजिकल असैसीनेशन तो होएगा, इट्स मस्ट, बिकॉज असीं ऑर्डर किया है, पर उस तो पहला करैक्टर असैसीनेशन भी करो। अल्टीमेटली गुरु साहब नूं लोकां दी नज़रां च थले लियाओ, जे चीज़ नहीं बनती तो फिर तो गुरु साहब बहुत बड़े शहीद हो जाएंगे। तो वाकई शहीदां दे सरताज अखवाए तो उस कीता की गया, गुरु साहब नूं बहुत तशद्दद दिता गया ताकि एटलीस्ट वो जिहड़ी उस तरह की वोकैबलरी तो यूज़ करन, उस तरह के लफ्ज़ तो बोलन जिहो जिहे आम पंजाब के लोग बोलते हैं। भावें फकीर बंदे ही ने, पर फकीरां दी भी एक हुंदी है भाषा जिहदे चों कहिंदे ने भी तैनूं दोज़ख च जगह ना मिले, तू जिहड़ा नरक दा भागी बने, वो तैनूं जहन्नुम नसीब होए। गुरु अर्जन साहब इहो जी गल तो कहिंदे जहांगीर लई, मुर्जा खान लई कुछ भी नहीं किया, बल्कि इक्को बात मूँह चों आवाज़ आउंदी रही, तेरा किया मीठा लागा। हुण ये रंग की है, ये है भी गालां कढ़न नाल, कुछ बुरा भला बोलण नाल चीज़ थोड़ा बदल जाएगी। ये तो गुरु साहब नूं पता है भी इस्टैबलिशमेंट है, स्थापति है, स्थापति के खिलाफ असी लोक मुहाज चला रहे हैं, लोगों च अवेयरनेस आ रही, जागृति आ रही है। इत्थे सखी सरवर तो लैके सारे चार छपेरे इन्हां दे बने हुए मुकामी अड्डे जिहड़े टुट रहे हैं, ब्राह्मण का हज़ारां साल का पिया होया जाल पसरिया होया टुट रहा है, मनुखता अपने पैरों पर खड़ी हो रही है। एक दिन ऐसा होएगा कि ये मनुख, ये लोग जिहड़े ने मिट्टी की नमिंद जिन्हां दी होंद आ, इस धरती के वारस बनणगे। तो उहदे चों वारस बने मुड़ के, इन गरीब सिखन को द्यूं पातशाही। ये पातशाही का तसव्वुर एवं थोड़ा भी एक दिन आया किसी ने थाली च पा के देता, ये तो अर्न करना पैंदा। ये जिहड़ी उस लैवल की कैलीबर की एबिलिटी है वो उन्होंने जनरेट करनी सिखा रहे हैं गुरु साहब। जिहदे बारे गुरु साहब नूं पता है भाई ये इस्टैबलिशमेंट दे नाल सीधा साडा दस्त पंजा आ, सो एक्सैप्ट किया उन्होंने भी ये चीज़ां होणगियां। पर यह नहीं कि लोअर लैवल पर आ जाना बोल पानी सब कासे के अंदर। मैं क्या उस जीवन के रस कस नूं मानण की बात गुरु नानक साहब ने इत्थे बात की, शब्द है साधना आयो। जो तुहाडी हायर लैवल की लिसनिंग नहीं, रीडिंग नहीं, तुहाडी स्पीकिंग नहीं, तुहाडा शब्द चोण नहीं,
ਤੇ ਫਿਰ ਬੰਦਾ ਸੋਚਦਾ ਇਹ ਸ਼ਬਦ ਚੋਣ ਕਿੱਥੋਂ ਲੈ ਕੇ ਆਵਾਂਗੇ। ਭਈ ਇਹੋ ਜਿਹੀਆਂ ਰਚਨਾਵਾਂ ਪੜ੍ਹੋ, ਬਾਣੀ ਪੜ੍ਹੋ। ਹੁਣ ਇੱਕ ਬੰਦਾ ਸਵੇਰ ਤੋਂ ਸ਼ਾਮ ਤੱਕ ਬਾਣੀ ਪੜ੍ਹਦਾ ਤੇ ਫਿਰ ਗਾਲਾਂ ਕੱਢਦਾ ਹੈ। ਲੋਕੀ ਕਈ ਵਾਰੀ ਕਹਿ ਦੇਣਗੇ ਲੈ ਆਹ ਸਾਰਾ ਕੁਝ ਕਰ ਰਹੇ, ਬਾਣੀ ਪੜ੍ਹਨ ਦਾ ਕੀ ਫਾਇਦਾ। ਮੇਨ ਬੰਦੇ ਨੂੰ ਖੁਦ ਸ਼ੀਸ਼ਾ ਦਿਸਣ ਲੱਗ ਜਾਂਦਾ ਵੀ ਓਹੋ ਆਹ ਕੀ ਕਰ ਰਿਹਾ। ਨਾਲੇ ਮੈਂ ਦਾਅਵਾ ਕਰਦਾ ਕਿ ਮੈਂ ਬੜੀ ਧੋ ਮਾਂਜ ਕੇ ਆਪਣੇ ਹੱਥ ਜਿਹੜਾ ਹੈਗਾ ਰੱਖਦਾ, ਮੈਂ ਆਪਣੇ ਹੱਥਾਂ ਨੂੰ ਧੋ ਰਿਹਾ ਜਾਂ ਆਪਣੇ ਆਪ ਨੂੰ ਧੋ ਕੇ ਰੱਖਦਾ, ਸਾਫ਼ ਕਰਦਾ, ਪਰ ਨਾਲ ਦੀ ਨਾਲ ਮਿੱਟੀ ਵੀ ਲਗਾ ਰਿਹਾ, ਮੈਲ ਵੀ ਲੱਗ ਰਹੀ ਹੈ। ਗੁਰੂ ਬਾਬਾ ਜੀ ਨੇ ਵਿੱਚ ਬਿਆਨ ਵੀ ਕੀਤਾ, ਮਹਾਰਾਜ ਕਹਿੰਦੇ ਤੀਰਥ ਬਰ ਤਰਦਾਨ ਕਰ ਮਨ ਮੈਂ ਤਰਾਏ ਗੁਮਾਨ, ਨਾਨਕ ਨਿਫਲ ਜਾਤ ਨੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਹਾਥੀ ਏ ਉਹ ਪਾਣੀ 'ਚ ਵੜਿਆ, ਮਹਾਵਤ ਨੇ ਬੜਾ ਮਲ ਕੇ ਨਹਾਇਆ, ਵੀ ਲੈ ਇਹਦੀ ਸਾਰੀ ਮੈਲ ਲਾ ਦਿੱਤੀ। ਉਹ ਜਿਵੇਂ ਹੀ ਬਾਹਰ ਨਿਕਲਿਆ ਪਾਣੀ ਤੋਂ, ਨਿਕਲਦਿਆਂ ਨਾਲ ਉਹਨੇ ਬਹੁਤ ਸਾਰੀ ਮਿੱਟੀ ਚੁੱਕੀ ਆਪਣੀ ਸੁੰਡ ਦੇ 'ਚ, ਭੁੱਬਲ ਜਿਹੜੀ ਹੁੰਦੀ ਹੈ ਬਹੁਤ ਡਸਟ ਲਾਈਕ ਫਲਾਵਰ, ਤੇ ਉਹ ਚੱਕ ਕੇ ਆਪਣੇ ਉੱਤੇ ਸੱਟ ਲਈ ਸਾਰੀ ਦੀ ਸਾਰੀ। ਹੁਣ ਇਹ ਜਿਹੜੀ ਚੀਜ਼ ਆ, ਬੰਦਾ ਵੈਸੇ ਤਾਂ ਬੜਾ ਧਰਮ ਕਰਮ ਕਰਦਾ ਸਭ, ਪਰ ਮੁੜ ਕੇ ਇਹੋ ਜਿਹਾ ਜੀਵਨ ਆਵਰਨ ਅਪਣਾ ਲਵੇ, ਫਿਰ ਲੋਕ ਕਈ ਵਾਰ ਕਹਿ ਵੀ ਦਿੰਦੇ ਭਾਈ ਫਾਇਦਾ ਕਿਸ ਚੀਜ਼ ਦਾ। ਸੋ ਇਸ ਕਰਕੇ ਸ਼ਬਦ ਜਿਹੜਾ ਆ ਜਦੋਂ ਉਸ ਲੈਵਲ 'ਤੇ ਬੰਦੇ ਦੇ ਜੀਵਨ 'ਚ ਪਸਰਦਾ ਹੈ, ਉਹਨੂੰ ਆਪਣੇ ਆਪ ਤਬਦੀਲ ਕਰਨ ਵਾਸਤੇ ਮਜਬੂਰ ਕਰ ਦਿੰਦਾ ਆ। ਫਿਰ ਉਹਦੀਆਂ ਚੋਇਸਿਸ ਬਦਲਦੀਆਂ ਨੇ, ਲਫ਼ਜ਼ਾਂ ਦੀਆਂ, ਅਲਫਾਜ਼ਾਂ ਦੀਆਂ, ਹਰਫਾਂ ਦੀਆਂ, ਅੱਖਰਾਂ ਦੀਆਂ। ਇੱਥੋਂ ਬੰਦੇ ਦੇ ਜੀਵਨ ਦੇ, ਪਰਿਵਾਰ ਦੇ, ਕਲਚਰ ਦੇ, ਆਲੇ ਦੁਆਲੇ ਸਮਾਜ ਦੇ ਸਾਰੇ ਪ੍ਰਭਾਵ ਬਦਲਦੇ ਨੇ। ਗੁਰੂ ਨਾਨਕ ਸਾਹਿਬ ਬਿਆਨ ਕਰਦੇ, ਸ਼ਬਦ ਹੈ ਸਾਧਨਾ ਆਇਓ, ਨਾਮ ਨਾਲ ਲੱਗੋ ਪਿਆਰ। ਤੇ ਫਿਰ ਨਾਮ ਨਾਲ ਪਿਆਰ ਵੀ ਨਹੀਂ, ਨਾਮ ਪਹਿਲੇ ਲੈਵਲ 'ਤੇ ਇੱਕ ਬੜੀ ਵਾਈਜ਼ ਟੀਚਿੰਗਸ ਨੇ, ਇਸ ਤਰ੍ਹਾਂ ਕਹਿ ਲਵੋ। ਨਾਮ ਦੇ ਵਿੱਚ ਬੜੀਆਂ ਸੈਕਰੇਟ ਐਂਡ ਬੜੀਆਂ ਹੋਲੀ ਐਂਡ ਕਾਈਂਡ ਆਫ ਡਿਵਾਈਨ ਟੀਚਿੰਗਸ ਹੁੰਦੀਆਂ ਨੇ। ਨਾਮ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਮ ਹੈ। ਆਦਿ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਨਾਮ ਹੈ, ਨਾਮ ਹੈ ਕਿ ਸੱਚਿਆਰਾ ਹੋਈ ਹੈ, ਕਿ ਕੂੜਾ ਟੁੱਟਾ ਪਾਲ। ਇਸ ਡਿਵਾਈਨ ਲੈਵਲ ਦੀ ਬਾਤ ਜਿਹੜੀ ਹੈ, ਇਹਦੇ ਨਾਲ ਪਿਆਰ ਪੈਣਾ। ਤੇ ਇਹ ਪਿਆਰ ਕਿਵੇਂ ਪਏਗਾ? ਗੁਰੂ ਸਾਹਿਬ ਨੇ ਕਿਤੇ ਬਿਆਨ ਕੀਤਾ, ਮਹਾਰਾਜ ਕਹਿੰਦੇ ਮਨ ਰੇ ਰਾਮ ਸਿਉ ਕਰ ਪ੍ਰੀਤ। ਉਹ ਮੇਰੇ ਮਨਾ ਤੂੰ ਰੱਬ ਨਾਲ ਪ੍ਰੀਤ ਪਾ ਲੈ। ਤੇ ਮੈਂ ਕਈ ਵਾਰ ਇਹਨੂੰ ਬਿਲਕੁਲ ਆਪੋਜ਼ਿਟ ਕਰਕੇ ਵਿਆਖਿਆਨ ਦਾ ਯਤਨ ਕਰਦਾ ਕਿ ਸਪੋਜ਼ ਜੇ ਮਨ ਇਹ ਪੁੱਛ ਲਵੇ ਕਿ ਬਾਬਾ ਜੀ ਗੱਲ ਤੇ ਠੀਕ ਹੈ, ਪਿਆਰ ਪਾ ਲਾਂਗੇ, ਬਟ ਹਾਊ ਕੈਨ ਵੀ ਡੂ ਇਟ? ਕੈਨ ਯੂ ਹੈਲਪ ਅਸ that how we can make any relationship with Almighty, with that existence? ਤੇ ਬਾਬਾ ਜੀ ਕਹਿੰਦੇ ਹਾਂ ਹੈਲਪ ਕਰ ਸਕਦਾ ਤੇਰੀ ਮੈਂ। ਮਨ ਰੇ ਰਾਮ ਸਿਉ ਕਰ ਪ੍ਰੀਤ। ਤਰੀਕੇਕਾਰ ਤਾਂ ਇਹ ਹੈ, ਸਰਵਣ ਗੋਬਿੰਦ ਗੁਣ ਸੁਣੋ। ਸਰਵਣਾ ਦੇ ਨਾਲ ਗੋਬਿੰਦ ਦਾ ਗੁਣਗਾਨ ਸੁਣੋ। ਕਹਿੰਦੇ ਨੇ ਜਿਹਦੀ ਬਹੁਤ ਸਤੁਤੀ ਸੁਣਦੇ ਹੋ, ਤਾਰੀਫ ਸੁਣਦੇ ਹੋ, ਉਹਦੇ ਪਿਆਰ ਵਿੱਚ ਗੰਢੇ ਜਾਂਦੇ ਹੋ, ਉਹਦੇ ਗਾਹਕ ਬਣ ਜਾਂਦੇ ਹੋ। ਜਿਹਦੀ ਸਤੁਤੀ ਨਹੀਂ ਕੰਨਾਂ 'ਚ ਪਈ, ਉਹਦੇ ਬਾਬਤ ਮਨ ਵਿੱਚ ਜਗ੍ਹਾ ਵੀ ਨਹੀਂ ਬਣਦੀ। ਬਾਣੀ ਇਸ ਕਰਕੇ ਸੁਣੀ, ਗੁਰੂ ਉਪਦੇਸ਼ ਇਸ ਕਰਕੇ ਸੁਣਿਆ। ਜਦੋਂ ਮੈਂ ਇੱਕ ਹੋਰ ਛੋਟਾ ਜਿਹਾ ਰੰਗ ਬਿਆਨ ਕਰਦੇ ਹਾਂ, ਸਿੱਖੀ ਦੇ ਬਾਬਤ ਜਦੋਂ ਅਸੀਂ ਬਹੁਤ ਟੀਚਰਾਂ ਵਾਲੀ ਗੱਲ ਕਰਨੇ ਹਾਂ, ਬੜੀ ਚੁਟਕਲੇਬਾਜ਼ੀ ਕਰਦੇ ਹਾਂ ਸਿੱਖਾਂ ਬਾਰੇ, ਆਲੇ ਦੁਆਲੇ ਬਾਰੇ, ਆਪਣੇ ਆਪ ਨੂੰ ਬੜਾ ਭੰਡਦੇ ਹਾਂ। ਅਤੇ ਭੰਡਣਾ ਸਾਨੂੰ ਚੰਗਾ ਲੱਗਦਾ ਉਸ ਸਾਰੇ ਰੂਪ ਦੇ 'ਚ। ਸਾਨੂੰ ਖੁਦ ਨੂੰ ਨਹੀਂ ਪਤਾ ਅਸੀਂ ਅਨਕੌਂਸ਼ੀਅਸ ਲੈਵਲ 'ਤੇ ਕਿੰਨਾ ਨੁਕਸਾਨ ਕਰੀ ਜਾ ਰਹੇ, ਆਪਣਾ ਵੀ, ਆਲੇ ਦੁਆਲੇ ਦਾ ਵੀ। ਮੈਂ ਛੋਟਾ ਜਿਹਾ ਇੱਕ ਐਗਜ਼ਾਮਪਲ ਦੇਵਾਂ। ਤੇ ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਮੈਂ ਨਿਊਜ਼ੀਲੈਂਡ ਸੀਗਾ ਅਤੇ ਉੱਥੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ, ਬੱਚਿਆਂ ਦਾ ਕੈਂਪ ਲਗਾਇਆ। ਉਸ ਕੈਂਪ ਦੇ ਵਿੱਚ ਇੱਕ ਅਮੈਰੀਕਨ ਬੋਰਨ ਗੋਰਾ, ਉਹ ਕਿਤੇ ਉੱਥੇ ਆਇਆ ਸੀ ਘੁੰਮਣ ਵਾਸਤੇ, ਉਹ ਸਾਡੇ ਕੋਲ ਆ ਗਿਆ। ਹੁਣ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਵਾਈਟ ਪਰਸਨ ਹੂ ਇਜ਼ ਟੋਟਲੀ ਐਕਚੁਅਲੀ ਸਿੱਖ ਬਿਲੀਵਰ, ਸਿੱਖ ਪ੍ਰੈਕਟੀਸ਼ਨਰ, ਐਂਡ ਹੀ ਇਜ਼ ਪਾਰਟੀਸਪੇਟਿੰਗ ਇਨ ਦਿਸ ਕਿਡਸ ਕੈਂਪ। ਉਹਦੀ ਚਰਚਾ ਵੀ ਹੋਏਗੀ ਚਾਰ ਚੁਫੇਰੇ। ਕੁਝ ਲੋਕਾਂ ਨੂੰ ਇਹ ਚੀਜ਼ ਪਸੰਦ ਵੀ ਨਹੀਂ ਆਉਂਦੀ। ਉਹ ਹੋਇਆ ਇਹ ਕਿ ਕੋਈ ਸੱਜਣ ਆ ਗਏ ਜਿਹੜੇ ਉਹਦੇ ਨਾਲ ਆ ਕੇ ਗੱਲਾਂ ਬਾਤਾਂ ਕਰਨ ਲੱਗੇ, ਅਤੇ ਉਹਨੂੰ ਆ ਕੇ ਗੱਲਾਂ ਬਾਤਾਂ ਕਰਦੇ ਹੋਏ ਕਹਿਣ ਲੱਗੇ, ਓਏ ਤੂੰ ਸਿੱਖ ਹੋ ਗਿਆ, ਤੈਨੂੰ ਪਤਾ ਵੀ ਹੈ ਪੰਜਾਬ ਵਿੱਚ ਲੋਕ ਸਿੱਖ ਹੀ ਛੱਡੀ ਜਾਂਦੇ ਨੇ। ਉੱਥੇ ਤਾਂ ਉਹਨਾਂ ਦਿਨਾਂ 'ਚ SGPC 'ਚ ਕੋਈ ਇੱਕ ਦੋ ਕੋਈ ਸਕੈਂਡਲ ਹੋਏ ਸੀਗੇ, ਉਹਨਾਂ ਸਕੈਂਡਲ ਦੀ ਵੀ ਗੱਲ ਕੀਤੀ। ਇਸ ਕਿਸਮ ਦੀਆਂ ਗੱਲਾਂ ਉਹਦੇ ਨਾਲ ਡਿਸਕਸ਼ਨਸ ਹੋ ਰਹੀਆਂ। ਅਤੇ ਮੈਂ ਉੱਥੇ ਬੈਠਾ ਓਬਜ਼ਰਵ ਕਰ ਰਿਹਾ। ਮੈਂ ਕਿ ਲੈਟਸ ਸੀ ਦਿਸ ਇਜ਼ ਅ ਚੈਲੰਜ ਫॉर ਹਿਮ ਟੂ ਹਾਊ ਹੀ ਇਜ਼ ਗੋਨਾ ਡਿਫਾਈਨ ਹਿਸ ਕੇਸ। ਅਤੇ ਉਹ ਸਾਰੀ ਗੱਲ ਸੁਣ ਕੇ ਕਹਿੰਦੇ ਇਟਸ ਨਥਿੰਗ, ਆਈ ਕੈਨ ਟੈਲ ਯੂ ਮੋਰ about it. I'm totally informed about all these things. But listen,
सिक्खी इज़ नॉट लाइक ए एनीथिंग, इट इज़ बिग ओशन, एक बड़ा बड़ा समुंदर है। तो समुंदर की मैं खासियत देखी है, मैं कहता भी सी शोर ते रहना लंबे समय तो। समुंदर की खासियत यह है कि ਜਿਹੜੀਆਂ ਚੀਜ਼ਾਂ ਜਿਉਂਦੀਆਂ ਨੇ ਉਹਨਾਂ ਨੂੰ ਸਮੁੰਦਰ ਆਪਣੇ ਵਿੱਚ ਲੈ ਜਾਂਦਾ ਹੈ, ਜਿਹੜੀਆਂ ਮਰ ਜਾਂਦੀਆਂ ਨੇ ਮਰੀਆਂ ਹੁੰਦੀਆਂ ਨੇ ਉਹਨਾਂ ਨੂੰ ਚੱਕ ਕੇ ਡੈਡ ਜਿਹੜਾ ਹੈਗਾ ਸਟਫ ਉਹ ਸਮੁੰਦਰ ਬਾਹਰ ਸੱਟ ਦਿੰਦਾ ਹੈ। ਪੀਪਲ ਹੂ ਆਰ ਲੀਵਿੰਗ ਸਿੱਖੀ ਸਕੂਲ ਆਫ ਥਾਟ ਦੇ ਡੈਡ, ਆਈ ਸਟਰੋਂਗਲੀ ਬਿਲੀਵ। ਜਿਹੜੇ ਲੋਕ ਜਿਉਂਦੇ ਨੇ ਦੇ ਆਰ ਪਾਰਟ ਆਫ ਦਿਸ ਓਸ਼ਨ। क्या कमाल है। उस बंदे ने इन्हें डायरैक्टली उन्होंने दस दिता हो तुसीं ते मरे हुए लोग, तुसीं मेरे नाल गल करोगे, मेरे तो पुछो सिक्खी की हुंदी है। सो ये जिहड़ा एहसास आ एक्चुअल लैवल ते ये एक दिन च पैदा नहीं होंदा, बहुत कुछ अंदर पिया होंदा, बड़ा कुछ सुनदा बंदा, बड़ा कुछ जानदा उहदे बारे, फिर उसनूं अपनी जीवन का हिस्सा बनाउंदा आ। गुरु महाराज जिहड़ा बयान करते ना भी मन रे राम स्यों कर प्रीत, सरवण गोविंद गुण सुनो अर गावो रसना गीत। फिर रसना तो गीत गाउंदा, पंजाबी जबान च कई बार कहने लै तू गीत ही गाई जाना फलाने दे, वो लिटरली तौर पर गीत नहीं गा रहा, उहदियां तारीफां कर रहा, स्तुति कर रहा, वडियाई कर रहा। गुरु महाराज बयान करते जदों बंदे च एबिलिटी आ गई समझो दी रब नाल प्रीत बन गई, उहदी राम नाल प्रीत बन गई, उहदी बात की गई। इत्थे साहब बयान करते कि शब्द है साधना आयो नाम ना लगो प्यार। जदों ये गल बंदे दे जीवन च नहीं आ रही, वो ना वो जी चीज़ सुन रहा है, ना वो जी चीज़ का स्वाद पा रहा है, ना वो जी चीज़ बीज रहा है। रसना फिक्का बोलना, इसका प्रभाव सीधे तौर पर होएगा, रसना फिक्का बोलना, जबान दे विच रस नहीं रहेगा, स्नेह नहीं रहेगा, खलूस नहीं रहेगी, मुहब्बत नहीं रहेगी। जिहड़ी लफ्ज़ां दी ताब आ ये बड़ी कमाल है। वैसे एक छोटा जिहा एग्जाम्पल छोटी जी तुहाडे सामने रख देना, सोशल वर्क दे विच अक्सर पढ़ाई जाती साडे इत्थे नॉर्थ अमेरिका च। वो हुंदा यह है कि एक ऑर्डीनरी हाउस होल्ड आ शिकागो की किसी सैटिंग विच, उत्थे उन्होंने वो सारा लिटरली तौर पर शूट किया। तो इस करके शूट किया उन्होंने दिनों दे विच क्योंकि सिंगल पेरेंट कल्चर वध रहा से लगातार, तो फैमिलीज वर स्ट्रगलिंग फ्रॉम इकनॉमिकली एंड अदर लग्जरीअस लाइफ स्टाइल। उन्होंने बच्चे बड़े वनरेबल से वायलेंस से जा रहे थे होर बड़े तौर पर, तो एक रेस ज़्यादा तौर पर टारगेट की जा रही सी शामूल के लोग, ब्लैक कम्यूनिटी। खैर उन्होंने एजुकेट करते कि चीज़ों तुसी बहुत थोड़े रिसोर्सिस दे विच भी कुछ बिहेवियरल चेंज करके, कुछ डिफरेंट अप्रोच करके तुसी बच्चों भी बचा सकते हो, अपने आप को भी खास तौर पर बर्न आउट होने तो बचा सकते हो। वो हुण एक सिंपल एग्जाम्पल आती है कि बच्चा आया ग्रेड 8-9 का स्टूडेंट होएगा, वो आया दरवाज़ा जिहड़ा उन्होंने अपार्टमेंट का खुला ही है, उन्हें खोलिया दरवाज़ा, मतलब डोर ते किसी ने शट किया, बट एक्चुअली देयर इजंट एनी लॉक, जस्ट दैट किड कैन कम इनसाइड विदाउट ओपनिंग द डोर, विदाउट एनी की, मतलब खुलिया वर्गा दरवाज़ा, खुला दरवाज़ा। अंदर आया, एक पासे उन्हें अपना बैग सट्टिया, शूज़ एक इधर सट्टिया एक इधर सट्टिया, सीधा चला गया अंदर, जाके टीवी लगा लिया। थोड़ी देर बाद उन्हें पॉपकॉर्न वगैरह बना लेने, कुछ पॉप वगैरह जोड़े होंगे ने, कुछ कोल्ड ड्रिंक्स वगैरह उन्होंने डब्बे खोल लेने, टेबल पर रख लेने, नाले खा रहा है, नाले वो जो गाने सुन रहा है, कुछ शोज़ वगैरह देख रहा है, चीखा कूका मार रहा है, ये सब कुछ हो रहा है। कुछ समय बाद वो माँ आ गई है, वो माँ ने देखा भी दरवाज़ा खुला पिया, बंद ही नहीं किया। अंदर गई, अंदर जाके देखती है बैग एक साइड पर पे, शूज़ इधर पे, उच्ची उच्ची टीवी चल रहा है, हो खून सड़ गया। दरवाज़ा जोर ला के जड़ा है बैंग किया, सीधी अंदर गई, जांदे नाल टीवी ऑफ करता, मुंडे दिवाले हो गई भी मैं पूरा दिन कम करके आई हाँ, तुहाडे वास्ते कम करदी हाँ, आई एम डाइंग हेयर टू फीड दिस फैमिली एंड यू आर सेम, आई डोंट वांट टू एक्चुअली सी यू इन माई हाउस। सारा माहौल खराब हो गया। ठीक है जी, ये सारी पिक्चर विखाने तो बाद फिर वो जो एक्सपर्ट ने वो कहते भी ओके हुण एक पल ही रुको, कैन वी मेक एनी चेंज इन दिस एनवायरनमेंट। हाँ भाई की चेंज करने ने, वो कहते भी हुण शुरू करते हैं,
ਟੌਪ ਟੂ ਬਾਟਮ, ਇਸ ਤਰੀਕੇ ਦੇ ਨਾਲ ਹੋਏਗਾ ਕਿ ਸਾਡੇ ਮੋਸਟਲੀ ਅਸੀਂ ਕਹਾਂਗੇ ਬੱਚੇ ਨੂੰ ਬਦਲਣਾ ਚਾਹੀਦਾ ਹੈ, ਪਰ ਉਹ ਕਹਿੰਦੇ ਨਹੀਂ, ਪੇਰੈਂਟ ਨੂੰ ਸ਼ੁਰੂ ਕਰਨਾ ਪਏਗਾ। ਸੇਮ ਸਿਨੈਰੀਓ ਹੈ, ਬੱਚਾ ਐਵੇਂ ਆਇਆ, ਸਭ ਚੀਜ਼ ਹੋਈ ਹੈ, ਮਾਂ ਆਈ, ਉਹਨੇ ਡੋਰ ਬੈਂਗ ਨਹੀਂ ਕੀਤਾ, ਆਰਾਮ ਨਾਲ ਲਗਾਇਆ, ਸ਼ੂਜ਼ ਇਕੱਠੇ ਕਰਕੇ ਰੱਖੇ ਨੇ, ਬੈਗ ਚੱਕਿਆ, ਬੱਚੇ ਦੇ ਕੋਲ ਜਾ ਕੇ ਰੱਖਦਾ ਹੈ, ਆਲੇ ਦੁਆਲੇ ਪੌਪਕੌਰਨ ਖਿਲ ਰਹੇ ਨੇ, ਟੇਬਲ 'ਤੇ ਲੱਤਾਂ ਰੱਖੀਆਂ ਨੇ, ਬੈਠਾ ਸੋਫੇ 'ਤੇ, ਟੀਵੀ ਉੱਚੀ ਉੱਚੀ ਚੱਲ ਰਿਹਾ, ਉਹ ਕੋਲ ਜਾ ਕੇ ਬੈਠ ਗਈ ਹੈ, 2-4 ਉਹਨੇ ਪੌਪਕੌਰਨ ਚੁੱਕ ਕੇ ਵਿੱਚ ਪਾਏ ਨੇ ਉਹਦੇ, ਉਸ ਤੋਂ ਬਾਅਦ ਉਹਨੇ 1-2 ਪੌਪਕੌਰਨ ਆਪ ਖਾਧੇ ਨੇ, ਅਤੇ ਫਿਰ ਉਹਨੂੰ ਬੱਚੇ ਨੇ ਪੁੱਛਦੀ ਹੈ ਹਾਊ ਇਜ਼ ਯੂਰ ਡੇ। ਉਹ ਇੱਕਦਮ ਸ਼ੌਕ 'ਚ ਜਾਂਦਾ ਹੈ, ਉੱਠਦਾ ਹੈ, ਪਹਿਲਾਂ ਟੀਵੀ ਦੀ ਆਵਾਜ਼ ਘੱਟ ਕਰਦਾ ਹੈ, ਫਿਰ ਫਟਾਫਟ ਸਮਾਨ ਚੱਕਣਾ ਸ਼ੁਰੂ ਕਰ ਦਿੰਦਾ ਹੈ, ਉਹ ਨਾਲ ਹੈਲਪ ਕਰਦੀ ਹੈ, ਅਤੇ ਉਹ ਫਿਰ ਵੀ ਜਵਾਬ ਨਹੀਂ ਦਿੰਦਾ, ਅਤੇ ਫਿਰ ਉਹਨੂੰ ਪੁੱਛਦੀ ਹੈ ਆਮ ਆਸਕਿੰਗ ਯੂ ਹਾਊ ਵਾਜ਼ ਯੂਰ ਡੇ। ਉਹ ਰਿਪੀਟ ਕਰਦਾ ਆਮ ਸੌਰੀ ਮੋਮ, ਯੂ ਨੋ ਆਮ ਸੌਰੀ, ਕਹਿੰਦੀ ਫॉर ਵਾਟ, ਬਿਕੋਜ਼ ਆਈ ਡਿਡਨਟ ਸ਼ਟ ਦ ਡੋਰ, ਆਈ ਸਪੋਜ਼ ਟੂ ਸਟੱਡੀ ਦਿਸ ਟਾਈਮ, ਆਈ ਵਾਜ਼ਨਟ ਸਟੱਡਿੰਗ, ਮੋਮ ਆਈ ਸ਼ੁਡਨਟ ਐਕਚੁਅਲੀ ਹੈਵ ਮੇਡ ਦਿਸ ਟਾਈਪ ਆਫ ਮੈਸ। ਇਹ ਸਾਰੀਆਂ ਗੱਲਾਂ ਹੁਣ ਕੀ ਹੈ, ਇਹ ਬੋਲਣ ਦਾ ਲਹਿਜਾ ਆ, ਇਹਦੇ ਵਿੱਚ ਕੀ ਹੈ ਪੇਸ਼ੈਂਸ, ਇਹਦੇ ਵਿੱਚ ਕੀ ਹੈ ਕੇਅਰ, ਇਹਦੇ ਵਿੱਚ ਕੀ ਹੈ ਲਵ। ਤੇ ਉਹ ਕਹਿੰਦੇ you might not actually see these type of results in the first time, but if you adopt these sort of virtues, one day results will be there। ਇਹ ਰੂਪ ਆ, ਤੇ ਇਹ ਤਾਂ ਆ ਪਾਏਗਾ ਜੇ ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਓ। ਭੱਠੀ ਜਿਹੜੀ ਹੈ ਨਾ, ਭੱਠੀ ਤਪਾ ਕੇ ਕੱਢਦੀ ਹੈ, ਤੇ ਭੱਠੀ ਹਾਲਾਤ ਹੀ ਹੁੰਦੀ ਹੈ। ਤਪ ਕਰਨਾ, ਧੂਣੀ ਤੇ ਤਪ ਕਰਨਾ ਤੇ ਬੜਾ ਸੌਖਾ ਆ, ਜਦੋਂ ਤੁਹਾਡੇ ਅਗੇਂਸਟ ਸਾਰੀਆਂ ਫੋਰਸਿਸ ਚੱਲ ਰਹੀਆਂ ਨੇ, ਤੁਹਾਡਾ ਆਪਣਾ ਤੁਸੀਂ ਮਨੀ ਅਰਨ ਕਰਦੇ ਹੋ, ਫੈਮਿਲੀ ਬਣਾਉਂਦੇ ਹੋ, ਸਭ, ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਸਾਹਮਣੇ ਜਿਵੇਂ ਤੁਸੀਂ ਸੋਚਦੇ ਹੋ ਉਵੇਂ ਚੀਜ਼ਾਂ ਨਹੀਂ ਹੋ ਰਹੀਆਂ। ਕਿੱਡਾ ਵੱਡਾ ਤਪ ਹੈ। ਇਸ ਸਾਰੇ ਦੇ ਵਿੱਚੋਂ ਨਿਕਲਣਾ, ਗੁਰੂ ਸਾਹਿਬ ਬਿਆਨ ਕਰਦੇ ਭਾਈ ਇਹ ਤਾਂ ਹੋ ਪਾਏਗਾ ਜੇ ਤੁਹਾਡੇ ਅੰਦਰ ਕੁਝ ਗੁਣ ਹੋਣਗੇ, ਅਦਰਵਾਈਜ਼ ਤੁਹਾਡੀ ਬੋਲ ਬਾਣੀ ਸਭ ਕਾਸੇ ਨੂੰ ਬਿਆਨ ਕਰ ਦੇਗੀ। ਤੇ ਜਿਸ ਬੋਲ ਬਾਣੀ ਦੇ ਵਿੱਚ ਤਵਾਜ਼ਨ ਲੋਅਰ ਲੈਵਲ ਤੇ ਆ ਗਿਆ, ਇੱਥੇ ਬਾਬਾ ਜੀ ਨੇ ਬਿਆਨ ਕੀਤਾ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਫਿਰ ਜਿਹੜੀ ਖੁਆਰੀ ਹੈ, ਸਫਰਿੰਗ ਹੈ, ਇਹ ਰੋਜ਼ ਦੀ ਹੈ, ਹਰ ਸਮੇਂ ਦੀ ਹੈ। ਨਾਨਕ ਪਈਆਂ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਤੇ ਇਹ ਨਾਨਕ ਇਹ ਵੀ ਗੱਲ ਚੇਤੇ ਰੱਖਣ ਵਾਲੀ ਹੈ, ਪਈਆਂ ਕਿਰਤ ਕਮਾਵਣਾ। ਅਸੀਂ 2 ਚੀਜ਼ਾਂ ਕਰਨੇ ਆ, ਇੱਕ ਕਰਮ ਕਰਨੇ ਆ, ਇੱਕ ਕਿਰਤ ਕਰਨੇ ਆ। ਇਹ ਕਿਰਤ ਦਾ ਮਤਲਬ the work we do for our earning, Baba is not talking about that। ਇਹ ਹੈ ਜੋ ਕਰਮ ਕਰਦੇ ਆ, ਜੋ ਅਸੀਂ ਹਰ ਰੋਜ਼ ਬਿਹੇਵੀਅਰ ਆਪਣਾ ਡਿਵੈਲਪ ਕਰਦੇ ਆ, ਉਸ ਬਿਹੇਵੀਅਰ ਦੇ ਵਿੱਚ ਜਿਹੜੀਆਂ ਇੱਕ ਹੈਬਚੁਅਲਿਟੀ ਆਉਂਦੀ ਹੈ, ਇੱਕ ਹੈਬਿਟ ਡਿਵੈਲਪ ਹੁੰਦੀ ਹੈ, ਦੈਟ ਇਜ਼ ਆਵਰ ਕਿਰਤ, ਕਸਬ। ਇਹ ਸੁਭਾਅ ਬਣਦਾ ਸਾਡਾ। ਜੋ ਸੁਭਾਅ ਬਣ ਗਿਆ ਉਹੀ ਕਮਾਈ ਹੈ ਤੁਹਾਡੀ, ਇਹ ਸਮਝ ਕੇ ਚੱਲੋ। ਜੇ ਬੰਦਾ ਕਈ ਵਾਰੀ ਮੰਨਦਾ ਨਾ ਮੇਰਾ ਸੁਭਾਅ ਬੜਾ ਮਾੜਾ ਹੈ, ਭਾਈ ਇਹ ਕਮਾਈ ਹੋ ਗਈ ਤੇਰੀ। ਸੁਭਾਵਿਕ ਤੌਰ ਤੇ ਕੁਝ ਫਲਾ, ਕੁਝ ਐਰਰਸ, ਕੁਝ ਮਿਸਟੇਕਸ ਜਿਹੜੀਆਂ ਨੇ ਉਹ ਮੇਰੇ ਜੀਵਨ ਦਾ ਪਾਰਟ ਐਂਡ ਪਾਰਸਲ ਬਣ ਗਈਆਂ ਨੇ। ਇਹੀ ਮੈਂ ਕਮਾ ਰਿਹਾ, ਤੇ ਇਸ ਕਮਾਈ ਦੇ ਵਿੱਚ ਮੈਨੂੰ ਸਭ ਕੁਝ ਆਉਣਾ ਹੈ। ਐਂਡ ਇਫ ਆਈ ਰੀਅਲੀ ਵਾਂਟ ਟੂ ਸੀ ਸਮ ਚੇਂਜਸ, ਆਈ ਹੈਵ ਟੂ ਚੇਂਜ ਮਾਈ ਕਿਰਤ, ਮਾਈ ਕਸਬ। ਮੇਰਾ ਸੁਭਾਅ ਬਦਲਣਾ ਪਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਪਈਆਂ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਤੇ ਇਸ ਚੀਜ਼ ਨੂੰ ਕੋਈ ਮਿਟੇ ਨਹੀਂ ਸਕਦਾ ਐਕਸੈਪਟ ਯੂ, ਐਂਡ ਯੂ ਕੈਨ delete it, you can actually change it with the blessings of Akal Purkh Vaheguru, and that Vaheguru is not away from you. Vaheguru, you're always carrying that power, that ability. Just you have to be aware about it. You have to proceed, or you can say process these messages in your routine, in your lives. Baba ji bakshish karan ਇਹਨਾਂ ਬਚਨਾਂ ਜੋ ਸਾਨੂੰ ਚੰਗੇਰੀ ਸਮਝ ਆਵੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਚੜ੍ਹਦੀ ਕਲਾ ਦੀ ਅਰਦਾਸ ਨਾਲ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।